ਸਾਹਿਬ ਜੀਓ। हे प्राण नाथ गोबिंदे, कृपा निधान जगत गुरु। हे संसार ताप हरने, करना मैं सब दुख हरो। हे शरण जोग दयाले, दीनानाथ माया करो। शरीर स्वस्थ खीन समय, सिमरंत नानक राम दमोदर माधवे। सतनाम वाहे गुरु जी। निर्धन को तुम देव हो तना, मेरी पीरी दे मालक सतगुरु श्री गुरु हरगोबिंद साहब महाराज जी के पावन पवित्र अस्थान गुरुद्वारा श्री बौली साहब जी विखे सतगुरु महाराज जी की हजूरी सजी हुई दीवाना के अंदर लड़ीवार सतगुरु महाराज जी की बाणी की विचार आप ही सरवण कर रहे हो। अज जो पावन शब्द सतगुरु महाराज जी ने हुक्म रूप के बख्शिश किया है, अज के पावन बचन पंचम गुरुदेव पातशाह सतगुरु महाराज श्री गुरु अर्जन देव महाराज जी की रसना तो उचारण किए हुए भैरव राग के अंदर गुरु ग्रंथ साहिब महाराज जी के पावन पवित्र अंग 1146 के उपर सुभायमान हैं। सतगुरु महाराज जी कृपा करन, गुरमत विचारां की सांझ करिए। आप संगत आसीस बख्शो, मन बिरतियां करो एकागर। हाजरी आओ सतगुरु महाराज जी के चरणों के विच लवाइए। अदब प्यार सत्कार नाल उचारण करो जी। सतनाम श्री वाहिगुरु जी। फिर करो जी कृपा, आखो जी सतनाम श्री वाहिगुरु जी। वाहिगुरु साहिब जीओ। पैरो महला पंजवा। निर्धन को तुम देवहो तना। सतगुरु गुरु अर्जन देव महाराज जी कृपा करते हैं। राग भैरव के अंदर सतगुरु ने बख्शिश की कि निर्धन को तुम देव धना। निर्धन के ये अर्थ होंगे ने कि जिंदे पल्ले दमड़ा ना होवे, कौडी ना होवे, जिंदे कोल धन ना होवे, लोड़ां दे मुताबिक भी पैसा ना होवे। सतगुरु महाराज पातशाह जी गुरु अर्जन देव जी के बचन ने श्लोक सहस्कृति के अंदर सतगुरु महाराज पातशाह जी कहते हैं, पाशन क्रोध अगरणी वह निरासंग आस पूर्ण है। निरतन भयं धनवंते रोगियंग रोग खंडन है।
ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਕੋਈ ਗੁਰੂ ਕੀ ਹਜ਼ੂਰੀ ਵਿੱਚ ਆਉਂਦਾ ਹੈ ਨਾ, ਤੇ ਮੱਥਾ ਅਸੀਂ ਆ ਕੇ ਜਦੋਂ ਟੇਕਦੇ ਹਾਂ, ਇਹ ਮੱਥਾ ਟੇਕਣਾ ਇਕੱਲਾ ਇੱਕ ਸਰੀਰਕ ਕਿਰਿਆ ਨਹੀਂ ਕਿ ਸਰੀਰ ਦੀ ਕਿਰਿਆ ਹੈ, ਤੇ ਸਰੀਰਕ ਕਿਰਿਆ ਹੈ ਤੇ ਅਸੀਂ ਝੁਕਣਾ ਹੀ ਝੁਕਣਾ ਹੈ, ਨਹੀਂ। ਇਹਦੇ ਪਿੱਛੇ ਤਤ ਭਾਵ ਹੈ। ਤਤ ਭਾਵ ਇਹ ਹੈ ਕਿ ਜਦੋਂ ਅਸੀਂ ਆ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਸੀਸ ਝੁਕਾ ਦਿੰਦੇ ਹਾਂ, ਮੱਥਾ ਲਾਉਂਦੇ ਹਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ, ਸਤਿਗੁਰੂ ਨੂੰ ਸੀਸ ਅਰਪਣ ਕਰਦੇ ਹਾਂ, ਤੇ ਪੁਰਾਣੇ ਲੋਕ ਇਹ ਕਹਿੰਦੇ ਨੇ ਕਿ ਸਾਡੇ ਮੱਥੇ ਦੇ ਲੇਖ ਨੇ, ਲਿਖੇ ਹੋਏ ਲੇਖ ਨੇ, ਤੇ ਬਾਣੀ ਕਹਿੰਦੀ ਹੈ ਜੈਸੀ ਕਲਮ ਉੜੀ ਹੈ ਮਸਤਕ। ਕਹਿੰਦੇ ਨੇ ਇਹ ਲੇਖ ਜਿਹੜਾ ਇਹ ਲਿਖਣ ਵਾਲਾ ਆਪ ਅਕਾਲ ਪੁਰਖ ਹੈ, ਤੇ ਅਸੀਂ ਕੀਤੇ ਹੋਏ ਕਰਮਾਂ ਕਰਕੇ ਕਈ ਵਾਰੀ ਧਨ ਤੋਂ ਦੂਰ ਰਹਿ ਗਏ, ਪਰਿਵਾਰ 'ਚ ਗਰੀਬੀ ਰਹਿ ਗਈ, ਦੁੱਖ ਆ ਗਿਆ, ਤਕਲੀਫ ਆ ਗਈ, ਤੇ ਜਦੋਂ ਅਸੀਂ ਸਤਿਗੁਰੂ ਮਹਾਰਾਜ ਨੂੰ ਸੀਸ ਝੁਕਾਉਂਦੇ ਹਾਂ, ਤੇ ਜਦੋਂ ਸਾਡਾ ਮੱਥਾ ਲੱਗਦਾ ਹੈ ਨਾ ਗੁਰੂ ਕੇ ਚਰਨਾਂ ਦੇ ਅੰਦਰ, ਸਤਿਗੁਰੂ ਮਹਾਰਾਜ ਸਾਡੇ ਮੱਥੇ ਦੇ ਲੇਖ ਬਦਲਣੇ ਸ਼ੁਰੂ ਕਰ ਦਿੰਦੇ ਆ। ਲੇਖ ਅਸੀਂ ਪੜ੍ਹ ਵੀ ਨਹੀਂ ਸਕਦੇ, ਸਾਨੂੰ ਪਤਾ ਵੀ ਨਹੀਂ ਹੁੰਦਾ ਕੀ ਹੈ, ਪਰ ਉਹ ਜ਼ਰੂਰ ਪੜ੍ਹ ਲੈਂਦਾ ਹੈ ਜਿਹਨੇ ਲਿਖੇ ਹੋਏ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਤਿਗੁਰੂ ਜੀ ਨੇ ਦੋ ਭਗਤਾਂ ਦੀ ਬੜੀ ਬਾਰ-ਬਾਰ ਗੱਲ ਕੀਤੀ, ਤੇ ਹੈ ਉਹਨਾਂ ਦੀ ਉਮਰ ਛੋਟੀ ਜੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਐਦਾਂ ਨਾਮ ਜਪੋ ਜਿਵੇਂ ਧਰੂ ਤੇ ਪ੍ਰਹਿਲਾਦ ਨੇ। ਤੇ ਉਮਰ ਕਿੰਨੀ ਹੈ ਉਹਨਾਂ ਦੀ? 5 ਸਾਲ ਦੀ ਉਮਰ ਹੈ। ਭਗਤ ਧਰੂ ਦੇ ਬਾਰੇ ਸਤਿਗੁਰੂ ਮਹਾਰਾਜ ਜੀ ਲਿਖਦੇ ਨੇ, 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਅਨਾਥ ਕੋਈ ਥਾਂ ਦੇਣ ਵਾਲਾ ਨਹੀਂ, ਕੋਈ ਆਸਰਾ ਨਾ ਹੋਵੇ, ਹਾਲਾਂਕਿ ਪਿਤਾ ਜਿਉਂਦਾ ਹੈ। ਮਿਤਰਈ ਮਾਂ ਪਿਤਾ ਦੀ ਗੋਦ ਵਿੱਚੋਂ ਬਾਂਹ ਫੜ ਕੇ ਉਤਾਰ ਦਿੰਦੀ, ਕਹਿੰਦੀ ਜੇ ਇੱਥੇ ਬਹਿਣਾ ਸੀ ਤੇ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਹੌਕੇ ਲੈਂਦਾ ਹੋਇਆ ਬਾਲਕ ਮਾਂ ਦੇ ਕੋਲ ਆ ਕੇ ਕਹਿੰਦਾ, ਮਾਂ ਤੂੰ ਦੱਸ, ਤੂੰ ਰਾਣੀ ਹੈ ਕਿ ਗੋਲੀ ਹੈ? ਮਾਂ ਨੂੰ ਆ ਕੇ ਜਿਹੜਾ ਸਵਾਲ ਕੀਤਾ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਕਿ ਧਰੂ ਭਗਤ ਮਾਂ ਨੂੰ ਆ ਕੇ ਕਹਿੰਦਾ ਹੈ, ਮਾਂ ਦੱਸ ਕਿਸ ਉਦਮ ਤੇ ਰਾਜ ਮਿਲਿਆ ਹੈ, ਸ਼ਤਰੂ ਤੇ ਸਭ ਹੋਵਨ ਮੀਤਾ। ਮਾਂ ਮੈਨੂੰ ਹੁਣ ਦੱਸ, ਮੈਂ ਨਿਰਧਨ ਨਹੀਂ ਰਹਿਣਾ ਚਾਹੁੰਦਾ, ਮੈਂ ਰਾਜ ਲੈਣਾ ਚਾਹੁੰਦਾ ਹੈ, ਤੇ ਦੱਸ ਕਿਹੜਾ ਤਰੀਕਾ ਵਰਤਾਂ, ਕਿਸ ਉਦਮ ਤੇ ਰਾਜ ਮਿਲੇ, ਕਿਹੜਾ ਢੰਗ ਵਰਤੀਏ ਕਿ ਜਿੰਦੇ ਕਰਕੇ ਰਾਜ ਮਿਲ ਜਾਵੇ, ਤੇ ਸ਼ਤਰੂ ਕੋਈ ਨਾ ਰਵੇ, ਬਸ ਮਿੱਤਰ ਹੀ ਮਿੱਤਰ ਮੇਰੇ ਹੋਵਨ, ਸ਼ਤਰੂ ਤੇ ਸਭ ਹੋਵਨ ਮੀਤਾ। ਸ਼ਤਰੂਆਂ ਦੇ ਅੰਦਰੋਂ ਨਫ਼ਰਤ ਚਲੇ ਜਾਏ, ਉਹ ਮੇਰੇ ਮਿੱਤਰ ਬਣ ਜਾ। ਮਾਂ ਨੇ ਜੋ ਅੱਗੋਂ ਕਿਹਾ, ਇੱਕ ਬੰਦਗੀ ਵਾਲੀ ਮਾਂ ਹੀ ਕਹਿ ਸਕਦੀ ਆ। ਇੱਕ ਸੰਸਾਰਿਕ ਮਾਂ ਹੁੰਦੀ ਤੇ ਉਹਨੇ ਕਹਿਣਾ ਸੀ ਕਿ 4 ਬੰਦੇ ਇਕੱਠੇ ਕਰੋ, ਪਿਤਾ ਦੇ ਨਾਲ ਜਾ ਕੇ ਲੜਾਈ ਕਰ, ਹਿੱਸਾ ਮੰਗ ਆਪਣਾ। ਪਰ ਉਹ ਮਾਂ ਭਗਤੀ ਭਾਵਨਾ ਵਾਲੀ ਸੀ, ਕਹਿੰਦੀ ਪੁੱਤ ਦੇਖ, ਇਹ ਰਾਜ ਤਾਂ ਥੋੜ੍ਹੇ ਚਿਰੇ ਹੁੰਦੇ ਨੇ, ਜੇ ਤੂੰ ਅਵਚਲ ਰਾਜ ਲੈਣਾ ਹੈ ਜਿਹੜਾ ਹਮੇਸ਼ਾ ਵਾਸਤੇ ਰਵੇ, ਤੈਨੂੰ ਕੋਈ ਲਾਭੇ ਨਾ ਉਸ ਰਾਜ ਦੇ ਉੱਤੋਂ, ਤੂੰ ਹਮੇਸ਼ਾ ਵਾਸਤੇ ਉਹ ਰਾਜ ਕਰੇ। ਤੇ ਮਾਂ ਨੇ ਕੋਈ ਗੱਲ ਸਮਝਾਈ, ਬੇਟਾ ਦੇਖ, ਪਰਮੇਸ਼ਰ ਆਰਾਧੀਐ ਜਿੱਦੋਂ ਹੋਈ ਪਤਤ ਪੁਨੀਤਾ। ਤੇ ਭਗਤ ਧਰੂ ਜੀ ਅਜੇ ਭਗਤੀ ਕਰਨ ਚੱਲੇ ਸੀ, ਪਿਤਾ ਨੂੰ ਪਤਾ ਲੱਗ ਗਿਆ ਕਿ ਪੁੱਤਰ ਸਭ ਕੁਝ ਛੱਡ ਕੇ ਭਗਤੀ ਕਰਨ ਵਾਸਤੇ ਤੁਰ ਪਿਆ। ਆਵਾਜ਼ ਦੇ ਕੇ ਕਿਹਾ ਸੀ, ਬੇਟਾ ਅੱਧਾ ਰਾਜ ਤੇਰਾ, ਵਾਪਸ ਆ ਜਾ। ਕਹਿਣ ਲੱਗਾ, ਨਹੀਂ ਅਜੇ ਤਾਂ ਮੈਂ ਭਗਤੀ ਕਰਨ ਵਾਸਤੇ ਤੁਰਿਆ ਹੀ ਹਾਂ, ਅਜੇ ਮੈਨੂੰ ਹੁਣੇ ਹੀ ਅੱਧਾ ਮਿਲ ਗਿਆ, ਜਦੋਂ ਮੈਂ ਭਗਤੀ ਕਰਾਂਗਾ। ਮੇਰੀ ਮਾਂ ਸੱਚ ਕਹਿੰਦੀ ਆ ਕਿ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ। ਪਰਮੇਸ਼ਰ ਦੀ ਆਰਾਧਨਾ ਕਰਨ ਵਾਲਾ ਹਮੇਸ਼ਾ ਵਾਸਤੇ ਦਾ ਰਾਜ ਅਟੱਲ ਰਹਿ ਜਾਂਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਨਿਰਧਨ ਕਉ ਤੁਮ
ਦੇਵ ਹੋ ਧਨਾ, ਜਿੰਦੇ ਦਮੜਾ ਵੀ ਪੱਲੇ ਨਾ ਹੋਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਸ਼ਰਨ ਦੇ ਵਿੱਚ ਆਵੇ, ਸੰਗਤ ਦੇ ਵਿੱਚ ਆਵੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਪਾਸ਼ਣ ਕਰੋਤ ਅਗਰਣੀ ਮੈਂ। ਪਾਸ਼ਣ ਕਹਿੰਦੇ ਨੇ ਪਿੱਛੇ ਰਹਿਣ ਵਾਲਾ ਹੋਵੇ, ਹਮੇਸ਼ਾ ਹੀ ਪਿੱਛੇ ਹੀ ਰਹਿ ਜਾਂਦਾ ਹੋਵੇ, ਭੀੜ 'ਚ ਵੀ ਪਿੱਛੇ, ਸਮਾਜ 'ਚ ਵੀ ਪਿੱਛੇ, ਰਾਜਨੀਤੀ ਵਿੱਚ ਵੀ ਪਿੱਛੇ, ਧਨ ਵਿੱਚ ਵੀ ਪਿੱਛੇ, ਹਰ ਵਾਰੀ ਪਛੜ ਜਾਂਦਾ ਹੋਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਸ਼ਣ ਕਰੋਤ ਅਗਰਣੀ ਮੈਂ, ਨਿਰਾਸਨ ਆਸ ਪੂਰਨ ਹੈ, ਜਿੰਦੀ ਹਰ ਵੇਲੇ ਨਿਰਾਸ਼ਾ ਹੋਵੇ ਮਨ ਦੇ ਵਿੱਚ ਕਿ ਮੇਰਾ ਆ ਵੀ ਨਹੀਂ ਕੰਮ ਬਣਿਆ, ਆ ਵੀ ਨਹੀਂ ਬਣਿਆ। ਮਹਾਰਾਜ ਕਹਿੰਦੇ ਨੇ ਸੰਗਤ ਦੇ ਵਿੱਚ ਆਉਣਾ, ਗੁਰੂ ਦਾ ਨਾਮ ਜਪਣਾ, ਕੀਰਤਨ ਕਰਨਾ, ਕੀਰਤਨ ਸੁਣਨਾ। ਮਹਾਰਾਜ ਕਹਿੰਦੇ ਨੇ ਨਿਰਾਸ਼ ਬੰਦੇ ਦੀ ਆਸਾ ਪੂਰਨ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਨਿਰਧਨ ਭਜਨ ਧਨਵੰਤੇ, ਰੋਗੀਆਂ ਰੋਗ ਖੰਡਨੇ। ਜਿਨ੍ਹਾਂ ਕੋਲ ਕੁਝ ਵੀ ਨਹੀਂ ਹੁੰਦਾ ਮਹਾਰਾਜ ਉਹਨਾਂ ਨੂੰ ਧੰਨਵਾਨ ਬਣਾ ਦਿੰਦੇ, ਉਹ ਲੋਕਾਂ ਵਿੱਚ ਵੰਡਣ ਜੋਗੇ ਹੋ ਜਾਂਦੇ ਆ। ਸਤਿਗੁਰੂ ਮਹਾਰਾਜ ਜੀ ਤੁਸੀਂ ਕਿਰਪਾ ਕਰਦੇ ਹੋ, ਜਿੰਦੇ ਤੇ ਤੁਹਾਡੀ ਦ੍ਰਿਸ਼ਟੀ ਮਿਹਰ ਦੀ ਹੋ ਜਾਂਦੀ, ਉਹਨੂੰ ਤੁਸੀਂ ਧਨ ਦੇ ਦਿੰਦੇ ਹੋ। ਹੁਣ ਦੇਖੋ ਨਾਮ ਜਪਣ ਦੇ ਨਾਲ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਧਨ ਦੀ ਲੋੜ ਨੂੰ ਵੀ ਪੂਰਾ ਕਰ ਦਿੰਦਾ ਹੈ। ਮਹਾਰਾਜ ਨਾਮ ਹੋਰ ਕੀ ਕਰਦਾ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅਨਕ ਪਾਪ ਜਾਹੇ ਨਿਰਮਲ ਮਨਾ। ਮਹਾਰਾਜ ਕਹਿੰਦੇ ਨੇ ਅਨੇਕਾਂ ਪਾਪ ਜਿਹੜੇ ਕੀਤੇ ਨੇ, ਅਨੇਕਾਂ ਜਨਮਾਂ ਦੇ ਜਿਹੜੇ ਕੀਤੇ ਹੋਏ ਪਾਪ ਨੇ, ਮਹਾਰਾਜ ਕਹਿੰਦੇ ਨੇ ਉਹ ਤੇਰੇ ਅੰਦਰ ਘਰ ਬਣਾ ਕੇ ਬੈਠੇ ਹੋਏ ਆ। ਉਹਦੇ ਕਰਕੇ ਤੈਨੂੰ ਦੁੱਖ ਮਿਲਦਾ ਹੈ, ਉਹਦੇ ਕਰਕੇ ਤੈਨੂੰ ਜੁਨਾਂ ਦੇ ਵਿੱਚ ਭਟਕਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅਨਕ ਪਾਪ ਜਾਹੇ, ਦੁੱਖ ਰੋਗ ਕਾ ਡੇਰਾ ਭੰਨਾ, ਡੇਰਾ ਲਾ ਕੇ ਬੈਠੇ ਨੇ। ਮਹਾਰਾਜ ਉਹ ਚਲੇ ਜਾਂਦੇ ਨੇ, ਕਹਿੰਦੇ ਹਾਂ ਬਿਲਕੁਲ ਚਲੇ ਜਾਂਦੇ ਨੇ। ਮਹਾਰਾਜ ਫਿਰ ਉਹ ਜਿਹੜਾ ਮਨ ਜਿਹਦੇ 'ਚ ਪਾਪ ਹੋਏ ਸੀ, ਜਿਹੜਾ ਪਾਪਾਂ ਦੇ ਨਾਲ ਭਰਿਆ ਸੀ, ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਰਮਲ ਮਨਾ। ਨਿਰਮਲ ਦੇ ਅਰਥ ਹੁੰਦੇ ਨੇ ਮੈਲ ਨਹੀਂ ਹੁੰਦੀ ਜਿਹਦੇ ਵਿੱਚ, ਮੈਲ ਤੋਂ ਰਹਿਤ ਮਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੈਲ ਤੋਂ ਰਹਿਤ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਗਲ ਮਨੋਰਥ ਪੂਰਨ ਕਾਮ। ਮਨੋਰਥ ਦੇ ਅਰਥ ਹੁੰਦੇ ਨੇ ਮਨ ਦੀਆਂ, ਅਰਥ ਮਨ ਦੀਆਂ ਆਸਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮਾਤਮਾ ਵਾਹਿਗੁਰੂ ਫਿਰ ਮਨ ਦੀਆਂ ਆਸਾਂ ਪੂਰੀਆਂ ਕਰ ਦਿੰਦਾ ਹੈ। ਪੂਰਨ ਕਾਮ, ਕਾਮਨਾਵਾਂ ਪੂਰਨ ਕਰ ਦਿੰਦਾ ਹੈ। ਹੁਣ ਦੇਖੋ ਮਨ ਦੇ ਵਿੱਚੋਂ ਕਾਮਨਾਵਾਂ ਪਹਿਲੋਂ ਜਨਮ ਲੈਂਦੀ। ਕਾਮ ਸ਼ਬਦ ਜਿਹੜਾ ਹੈ ਨਾ, ਕਾਮ ਇੱਥੇ ਕਾਮਨਾਵਾਂ ਵਾਸਤੇ ਵਰਤਿਆ ਗਿਆ। ਕਾਮਨਾਵਾਂ, ਇੱਛਾਵਾਂ। ਸਾਡੇ ਮਨ ਦੇ ਵਿੱਚ ਪਹਿਲੋਂ ਕਾਮਨਾ ਪੈਦਾ ਹੁੰਦੀ ਹੈ। ਸਾਡੇ ਮਨ 'ਚ ਪਹਿਲੋਂ ਕਿਸੇ ਵੀ ਚੀਜ਼ ਦੀ ਇੱਛਾ, ਲਾਲਸਾ ਪੈਦਾ ਹੁੰਦੀ ਆ। ਫਿਰ ਬੰਦਾ ਦੌੜਦਾ ਹੈ ਕਿ ਉਹਨੂੰ ਪੂਰਾ ਕਿੱਦਾਂ ਕਰਨਾ ਹੈ, ਤੇ ਜੇ ਪੂਰੀ ਹੋ ਜਾਏ ਤੇ ਖੁਸ਼ ਹੋ ਜਾਂਦਾ ਹੈ, ਤੇ ਜੇ ਅਧੂਰੀ ਹੋ ਜਾਏ ਤੇ ਦੁਖੀ ਰਹਿੰਦਾ ਹੈ। ਮਹਾਰਾਜ ਕਹਿੰਦੇ ਇਕੱਲਾ ਧਨ ਜੇ ਕੋਈ ਇਕੱਠਾ ਕਰ ਵੀ ਲਵੇ, ਸਤਿਗੁਰੂ ਮਹਾਰਾਜ ਵੈਸੇ ਕਹਿੰਦੇ ਆ ਕਿ ਪਾਪਾਂ ਬਾਝੋਂ ਹੋਵੇ ਨਾ ਹੀ। ਇਹ ਧਨ ਬਹੁਤਾ ਇਕੱਠਾ ਜਿਹੜੇ ਕਈ ਕਰਦੇ ਆ, ਉਹ ਕਹਿੰਦੇ ਨੇ ਪਾਪ ਵੀ ਕਰਦੇ ਨੇ ਫਿਰ ਉਹਦੇ ਵਾਸਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਇਹ ਜਿਹੜਾ ਤੂੰ ਪਾਪ ਕਰ ਕਰਕੇ ਧਨ ਇਕੱਠਾ ਕਰਦਾ ਪਿਆ ਹੈ ਨਾ, ਮਹਾਰਾਜ ਕਹਿੰਦੇ ਨੇ ਇਹ ਧਨ ਜਿਹੜਾ ਹੈ ਇਹਨੇ ਤੇਰੀ ਅੰਦਰਲੀ ਪਿਆਸ ਨਹੀਂ ਬੁਝਾਉਣੀ। ਹੁਣ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਇੱਕ ਕਾਰੂ ਬਾਦਸ਼ਾਹ ਹੋਇਆ, ਬੜਾ ਧਨ ਸੀ ਉਹਦੇ ਕੋਲ। ਕਹਿੰਦੇ ਨੇ ਉਹਨੇ ਇੱਕ ਮਿੱਥ ਮੰਨਦੇ ਆ ਕਿ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕੱਢ ਲਏ ਸੀ ਉਹਨੇ। ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਦੋਂ ਗਏ ਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਇੱਕ ਜਗ੍ਹਾ ਤੇ ਨਾ ਛੋਟੇ ਛੋਟੇ ਪੱਥਰ ਰੋੜੇ ਇਕੱਠੇ ਕਰਦੇ ਪਏ ਆ। ਕਾਰੂ ਬਾਦਸ਼ਾਹ ਨੂੰ ਪਤਾ ਲੱਗਿਆ ਸੀ ਕਿ ਕੋਈ ਬੜਾ ਵੱਡਾ ਫਕੀਰ ਆਇਆ ਹੈ, ਸੰਤ ਹੈ,
ਤੇ ਮਿਲ ਕੇ ਆਉਣਾ ਚਾਹੀਦਾ ਹੈ। ਮਿਲਣ ਵਾਸਤੇ ਆਇਆ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੱਥਰ ਚੁੱਕਦਿਆਂ ਵੇਖ ਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਇਹ ਕੀ ਮਹਾਰਾਜ ਕਰਦੇ ਪਏ ਹੋ? ਮੈਂ ਤਾਂ ਸੁਣਿਆ ਸੀ ਸੰਤਾਂ ਨੂੰ ਕੋਈ ਕਿਸਮ ਦਾ ਵੀ ਭਾਵ ਨਹੀਂ ਹੁੰਦਾ ਕਿਸੇ ਦੁਨਿਆਵੀ ਵਸਤੂ ਨਾਲ, ਤੁਸੀਂ ਪੱਥਰ ਕਿਉਂ ਇਕੱਠੇ ਕਰਦੇ ਪਏ ਹੋ? ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਪੱਥਰਾਂ ਦੀ ਜਦੋਂ ਸੇਜ ਵਿਛਾਈ ਦੀ ਨਾ, ਥੱਲੇ ਪੱਥਰ ਵਿਛਾ ਕੇ ਤੇ ਉੱਤੇ ਬੈਠੀਏ ਤੇ ਮਨ ਬਹੁਤਾ ਟਿਕਦਾ ਹੈ। ਮਨ ਨੂੰ ਬਹੁਤਾ ਸੁੱਖ ਦੇ ਵਿੱਚ ਰੱਖੋ ਨਾ, ਮਨ ਟਿਕਦਾ ਨਹੀਂ। ਮਨ ਥੋੜ੍ਹਾ ਜਿਹਾ ਤੰਗ ਰਹਿੰਦਾ ਹੈ ਨਾ, ਸਖਤ ਕਿਰਿਆ ਜਦੋਂ ਕਰੀ ਦੀ ਉਦੋਂ ਟਿਕ ਜਾਂਦਾ ਹੈ। ਤੇ ਕਹਿੰਦਾ ਮਹਾਰਾਜ ਕਿੱਥੇ ਆਸਨ ਲਾਉਣਾ? ਸਤਿਗੁਰੂ ਮਹਾਰਾਜ ਕਹਿੰਦੇ ਇਹ ਆਸਨ ਦਰਗਾਹ ਦਾ ਆਸਨ ਤਿਆਰ ਕਰਦੇ, ਅੱਗੇ ਜਾ ਕੇ ਲਾਉਣਾ, ਤਾਂ ਇਹ ਰੋੜੇ ਇਕੱਠੇ ਕਰਦੇ ਆ। ਹੱਸ ਪਿਆ, ਕਹਿਣ ਲੱਗਾ ਨਹੀਂ ਤੁਹਾਨੂੰ ਸੰਤ ਕੌਣ ਕਹਿੰਦਾ, ਤੁਸੀਂ ਤਾਂ ਆਹ ਦੇਖੋ ਕਿੱਡੀ ਨੀਵੀਂ ਗੱਲ ਕਰਦੇ ਪਏ ਹੋ, ਅੱਗੇ ਆ ਰੋੜੇ ਪੱਥਰ ਥੋੜ੍ਹੇ ਜਾਣੇ ਆ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ ਦੇਖ ਕਾਰੂ, ਤੇਰੇ ਕੋਲ ਇੰਨਾ ਧਨ ਆ, ਜੇ ਤੂੰ ਆਪਣਾ ਧਨ ਊਠਾਂ ਤੇ ਲੱਦ ਕੇ ਲੈ ਕੇ ਜਾਏਂਗਾ, ਇੱਕ ਸਾਡੀ ਪੋਟਲੀ ਵੀ ਆ ਰੋੜਿਆਂ ਦੀ ਲੈ ਜਾਵੀਂ। ਕਹਿਣ ਲੱਗਾ ਮਹਾਰਾਜ ਕਿਹੜੇ ਊਠ ਜਾਣੇ, ਉੱਥੇ ਤਾਂ ਕਿਸੇ ਨੇ ਵੀ ਨਹੀਂ ਜਾਣਾ। ਸੱਚ ਜਦੋਂ ਮੂੰਹ ਦੇ ਵਿੱਚੋਂ ਨਿਕਲਿਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਕਾਰੂ ਦੇਖ ਇਸ ਧਨ ਵਾਸਤੇ ਕਿਉਂ ਪਾਪ ਕਰਦਾ ਪਿਆ ਹੈ, ਕਿਉਂ ਇਹਨੂੰ ਬਾਤਾਂ ਇਕੱਠਾ ਕਰੀ ਜਾ ਰਿਹਾ। ਜੇ ਇਹ ਨਾਲ ਹੀ ਨਹੀਂ ਜਾਣਾ ਤੇ ਇਹਦੇ ਵਾਸਤੇ ਪਾਪ ਕਿਉਂ ਕਰਦਾ ਪਿਆ ਹੈ? ਸਤਿਗੁਰੂ ਮਹਾਰਾਜ ਕਹਿੰਦੇ ਧਨ ਗੁਰੂ ਤੋਂ ਜਦੋਂ ਮੰਗੀਦਾ ਹੈ ਨਾ, ਗੁਰੂ ਨਾਲ ਤ੍ਰਿਪਤੀ ਵੀ ਦੇ ਦਿੰਦਾ, ਸੰਤੋਖ ਦੇ ਦਿੰਦਾ। ਬਿਨਾਂ ਸੰਤੋਖ ਨਹੀਂ ਕੋ ਰਾਜੇ। ਮਹਾਰਾਜ ਕਹਿੰਦੇ ਜੇ ਬੰਦਾ ਧਨ ਨਾਲ ਰੱਜਣ ਦੀ ਗੱਲ ਕਰੇ ਨਾ, ਹੁਣ ਲੱਕੜਾਂ ਦੇ ਅੱਗ ਦੇ ਉੱਤੇ ਲੱਕੜਾਂ ਪਾਈ ਜਾਓ ਤੇ ਉਹ ਅੱਗ ਰੱਜਦੀ ਥੋੜ੍ਹਾ, ਜਿੰਨੀ ਮਰਜ਼ੀ ਲੱਕੜਾਂ ਪਾ ਦੇਵੋ। ਸਤਿਗੁਰੂ ਮਹਾਰਾਜ ਤੁਸੀਂ ਮਨੋਰਥ ਪੂਰਨ ਕਰਦੇ ਹੋ, ਤੁਸੀਂ ਮਨ ਦੀ ਇੱਛਾ ਪੂਰਨ ਕਰਦੇ ਹੋ, ਸਗਲ ਮਨੋਰਥ ਪੂਰਨ ਕਾਮ। ਤੇ ਹੁਣ ਇੰਨਾ ਕੁ ਅੰਦਰੋਂ ਰਜਾ ਦਿੱਤਾ ਕਿ ਕਾਮਨਾ ਪੂਰਨ ਹੋ ਗਈ, ਹੁਣ ਜਨਮ ਹੀ ਨਹੀਂ ਕਾਮਨਾ ਲੈਂਦੀ ਪਈ। ਹੁਣ ਮਨ ਦੇ ਵਿੱਚ ਨਹੀਂ ਇੱਛਾ ਪੈਦਾ ਹੁੰਦੀਆਂ, ਹੁਣ ਸੰਤੋਖ ਆ ਗਿਆ, ਹੁਣ ਸ਼ੁਕਰਾਨਾ ਆ ਗਿਆ। ਭਗਤ ਆਪਣੇ ਕੋ ਦੇਵਹੁ ਨਾਮ। ਸਤਿਗੁਰੂ ਜੀ ਅਸੀਂ ਆ ਸੰਸਾਰੀ ਜੀਵ, ਤੇ ਮਹਾਰਾਜ ਅਸੀਂ ਨਾਮ ਜਪ ਵੀ ਨਹੀਂ ਸਕਦੇ, ਸਾਡੇ ਅੰਦਰ ਇੰਨੀ ਕਿਰਪਾ ਵੀ ਨਹੀਂ ਵਾਪਰਦੀ। ਸੰਸਾਰੀ ਸਾਡੇ ਦੁੱਖ ਸੁੱਖ ਅੱਗੇ ਆ ਕੇ ਖਲੋ ਜਾਂਦੇ ਆ। ਤੇ ਤੁਸੀਂ ਭਗਤ ਵਸ਼ਲੋ, ਤੁਸੀਂ ਭਗਤਾਂ ਦੀ ਰਾਖੀ ਕਰਨ ਵਾਲੇ ਹੋ, ਭਗਤਾਂ ਤੇ ਕਿਰਪਾ ਕਰਨ ਵਾਲੇ ਹੋ। ਕਿਰਪਾ ਕਰੋ ਮਹਾਰਾਜ, ਸਾਡੇ ਅੰਦਰ ਇੰਨੀ ਤਾਕਤ ਨਹੀਂ ਕਿ ਅਸੀਂ ਨਾਮ ਜਪੀਏ। ਭਗਤ ਆਪਣੇ ਕੋ ਦੇਵੋ ਨਾਮ, ਤੁਸੀਂ ਨਾਮ ਵੀ ਦਾਨ ਦੇ ਵਿੱਚ ਦੇਵੋ, ਨਾਮ ਦੀ ਦਾਤ ਦੇਣਾ ਕਰੋ। ਸਤਿਗੁਰੂ ਮਹਾਰਾਜ ਅੱਗੇ ਕਿਰਪਾ ਕਰਦੇ ਨੇ। ਸਫਲ ਸੇਵਾ ਗੋਪਾਲ ਰਾਏ। ਮਹਾਰਾਜ ਕਹਿੰਦੇ ਨੇ ਗੋਪਾਲ ਦੇ ਅਰਥ ਹੁੰਦੇ ਨੇ ਪਾਲਣਾ ਕਰਨ ਵਾਲਾ, ਧਰਤੀ ਦੀ ਪਾਲਣਾ ਜਿਹੜਾ ਕਰਦਾ ਹੈ, ਸ੍ਰਿਸ਼ਟੀ ਦੀ ਜਿਹੜੀ ਪਾਲਣਾ ਕਰਨ ਵਾਲਾ ਹੈ। ਗੋ ਵੈਸੇ ਧਰਤੀ ਨੂੰ ਆਖਦੇ ਨੇ, ਤੇ ਪਾਲ ਦੇ ਅਰਥ ਪਾਲਣਾ ਕਰਨ ਵਾਲੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਮਾਲਕ ਦਾ ਘਰ ਇਸ ਤਰ੍ਹਾਂ ਦਾ ਹੈ ਜੀ ਕਿ ਇਸ ਬਾਬੇ ਨਾਨਕ ਦੇ ਘਰ ਦੇ ਵਿੱਚ ਜੇ ਕੋਈ ਤੀਲਾ ਵੀ ਇੱਧਰੋਂ ਚੁੱਕ ਕੇ ਉੱਧਰ ਰੱਖਦਾ ਹੈ ਨਾ, ਇੰਨੀ ਘੱਲਣਾ ਵੀ ਮਹਾਰਾਜ ਵਿਅਰਥ ਨਹੀਂ ਜਾਣ ਦਿੰਦੇ। ਮਹਾਰਾਜ ਕਹਿੰਦੇ ਨੇ ਇੱਕ ਤਿਲ ਨਹੀਂ ਭੰਨੇ ਘੱਲੇ, ਤਿਲ ਜਿੰਨੀ ਘੱਲਣਾ ਵੀ ਕਰਦੇ ਨਾ ਕੋਈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਬਾਬੇ ਦੇ ਘਰ ਦੇ ਵਿੱਚ ਤਿਲ ਜਿੰਨੀ ਘੱਲਣਾ ਵੀ ਵਿਅਰਥ ਨਹੀਂ ਜਾਂਦੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਫਲ ਸੇਵਾ ਗੋਪਾਲ ਰਾਏ। ਰਾਏ ਦੇ ਅਰਥ ਹੁੰਦੇ ਨੇ ਮਾਲਕ, ਸ੍ਰਿਸ਼ਟੀ ਦਾ ਰਾਜਾ, ਸ੍ਰਿਸ਼ਟੀ ਦਾ ਮਾਲਕ। ਸਤਿਗੁਰੂ ਮਹਾਰਾਜ ਕਹਿੰਦੇ ਨੇ ਫਲ ਸਹਿਤ, ਫਲ ਦੇ ਨਾਲ ਇਹ ਸੇਵਾ ਜਦੋਂ ਕਰੋ ਤੇ ਇਹਦਾ ਫਲ ਜ਼ਰੂਰ ਮਿਲਦਾ ਹੈ। ਮਹਾਰਾਜ ਵਿਅਰਥ ਕਦੀ ਨਹੀਂ ਜਾਣ ਦਿੰਦੇ। ਕਰਨ ਕਰਾਵਨ ਹਾਰ ਸੁਆਮੀ, ਤਾ ਤੇ ਬਿਰਥਾ ਕੋਏ ਨਾ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਮਾਲਕ ਜਿਹੜਾ ਸਾਡਾ ਸੁਆਮੀ ਦੇ ਅਰਥ ਨੇ ਮਾਲਕ, ਤੇ ਜਿਹੜਾ ਸਾਡਾ ਮਾਲਕ ਆ ਨਾ ਜੀ, ਇਹ ਜੀਵਾਂ ਤੋਂ ਜੋ ਉਹਦੇ ਮਨ ਦੇ ਵਿੱਚ ਇੱਛਾ ਹੁੰਦੀ ਉਹ ਕਰਵਾ ਲੈਂਦਾ ਹੈ। ਕਰਨ ਕਰਾਉਣਹਾਰ ਸੁਆਮੀ, ਉਹ ਆਪ ਕਰਨਹਾਰ ਹੈ, ਤੇ ਉਹ ਸਾਡੇ ਕੋਲ ਜੋ ਵੀ ਕਰਾਉਣਾ ਚਾਹੁੰਦਾ ਹੈ ਉਹ ਉਹਦੇ ਹੁਕਮ 'ਚ ਅਸੀਂ ਕਰਦੇ ਪਏ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤਾਤੇ ਬਿਰਥਾ ਕੋਏ ਨਾ ਜਾਏ। ਬਿਰਥਾ ਹੁੰਦੀ ਹੈ ਪੀੜਾ ਮਨ ਦੀ,
ਕਹਿੰਦੇ ਨੇ ਕਿ ਜਦੋਂ ਕੋਈ ਆ ਜਾਂਦਾ ਨਾ ਮਾਲਕ ਦੇ ਦਰ ਤੇ, ਫਿਰ ਬਿਰਥਾ ਨਹੀਂ ਰਹਿ ਜਾਂਦੀਆਂ, ਪੀੜਾਵਾਂ ਨਹੀਂ ਰਹਿ ਜਾਂਦੀਆਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਉਣ ਵਾਲੇ ਦਾ ਆਇਆ ਸਫਲਾ ਹੋ ਜਾਂਦਾ ਹੈ। ਰਹਾਓ ਵਿਸ਼ਰਾਮ ਦਿੰਦੇ ਨੇ ਮਹਾਰਾਜ। ਰੋਗੀ ਕਾ ਪ੍ਰਭ ਖੰਡੋ ਰੋਗ। ਹੁਣ ਰੋਗੀ ਦੇ ਅਰਥ ਨੇ ਕਿ ਸਾਡੇ ਮਨ ਦੇ ਵਿੱਚ ਨਾ ਮਹਾਰਾਜ ਕਹਿੰਦੇ ਨੇ ਕਈ ਤਰ੍ਹਾਂ ਦੇ ਰੋਗ ਨੇ, ਜਿਨ੍ਹਾਂ ਨੂੰ ਵਾਸਨਾਵਾਂ ਦਾ ਰੋਗ ਮਹਾਰਾਜ ਕਹਿੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ। ਸਭ ਤੋਂ ਵੱਡਾ ਮਹਾਰਾਜ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਇਹ ਰੋਗ ਸਾਡੇ ਮਨ ਦੇ ਵਿੱਚ ਨੇ, ਸਾਡੇ ਤਨ ਦੇ ਵਿੱਚ ਆ। ਤੇ ਮਹਾਰਾਜ ਪਾਤਸ਼ਾਹ ਇਹਨਾਂ ਰੋਗਾਂ ਦਾ ਇਲਾਜ ਨਾ ਬਾਹਰੋਂ ਨਹੀਂ ਹੋ ਸਕਦਾ। ਬਾਹਰਲੇ ਰੋਗਾਂ ਦਾ ਇਲਾਜ ਤਾਂ ਹੋ ਜਾਏਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜਿਹੜੇ ਅਸੀਂ ਆ ਹਉਮੈ ਕਰੀ ਜਾਂਦੇ ਆ ਕਿ ਮੈਂ ਆਹ ਕੰਮ ਕੀਤਾ, ਮੈਂ ਆਹ ਕੰਮ ਕਰ ਦਿੱਤਾ, ਮੇਰੇ ਤੋਂ ਬਗੈਰ ਆਹ ਕੰਮ ਹੋਣਾ ਕੋਈ ਨਹੀਂ ਸੀ। ਸਤਿਗੁਰੂ ਮਹਾਰਾਜ ਇਹ ਰੋਗ ਦਾ ਇਲਾਜ ਤੇ ਤੁਸੀਂ ਕਰ ਸਕਦੇ ਹੋ। ਰੋਗੀ ਕਾ ਪ੍ਰਭ ਖੰਡੋ ਰੋਗ। ਮਹਾਰਾਜ ਸਾਡੇ ਰੋਗ ਮੁਕਤ ਕਰ ਦਿਓ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਇਹੋ ਜਿਹਾ ਵੈਦ ਆ ਜੀ ਕਿ ਗੁਰੂ ਨਾਨਕ ਦਵਾਈ ਲਿਖ ਕੇ ਨਹੀਂ ਦਿੰਦਾ ਕਿ ਜਾ ਕੇ ਖਾ ਲਵੀਂ ਜਾਂ ਪੁੱਛ ਲਵੀਂ ਜਾ ਕੇ ਕਿੱਥੋਂ ਮਿਲੇਗੀ। ਸਤਿਗੁਰੂ ਮਹਾਰਾਜ ਐਸੇ ਵੈਦ ਨੇ ਕਿ ਹਰ ਹਰ ਨਾਮ ਔਖਦ ਮੁਖ ਦੇਵੈ। ਔਖਦ ਕਹਿੰਦੇ ਆ ਦਵਾਈ ਨੂੰ। ਮਹਾਰਾਜ ਕਹਿੰਦੇ ਨੇ ਮੂੰਹ ਖੋਲ ਮੈਂ ਹੁਣੇ ਪਾਉਣਾ, ਹੁਣੇ ਠੀਕ ਹੋਵੇਗਾ। ਮਹਾਰਾਜ ਕਹਿੰਦੇ ਦੂਰ ਦੀ ਗੱਲ ਕਿਉਂ ਕਰਨੀ, ਤੂੰ ਹੁਣੇ ਵਾਹਿਗੁਰੂ ਕਹਿ, ਮਨੋਂ ਕਰਕੇ ਕਹਿ, ਜੁੜ ਕੇ ਕਹਿ। ਮਹਾਰਾਜ ਕਹਿੰਦੇ ਮੈਂ ਤੇਰਾ ਹੁਣੇ ਹੀ ਰੋਗ ਮੁਕਾ ਦੇਵਾਂਗਾ। ਸਤਿਗੁਰੂ ਮਹਾਰਾਜ ਕਹਿੰਦੇ ਪਏ ਨੇ ਹਰ ਹਰ ਨਾਮ, ਰੱਬ ਦਾ ਨਾਮ ਵਾਹਿਗੁਰੂ ਵਾਹਿਗੁਰੂ ਔਖਦ ਮੁਖ ਦੇਵੈ, ਮੁਖ ਦੇਵੈ। ਮਹਾਰਾਜ ਕਹਿੰਦੇ ਹੁਣੇ ਇਹਨੂੰ ਦਵਾਈ ਨੂੰ ਖਾ, ਹੁਣੇ ਆਖ ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਕਾਟੇ ਜਮ ਕੀ ਫੰਦਾ, ਤੇਰੀ ਮੈਂ ਜਨਮਾਂ ਮਰਨ ਦੀ ਜਿਹੜੀ ਫਾਹੀ ਪਈ ਹੈ ਨਾ ਗੱਲ ਦੇ ਵਿੱਚ, ਇਹ ਕੱਟ ਦੇਵਾਂਗਾ। ਦੁਖੀ ਕਾ ਮਿਟਾਵੋ ਪ੍ਰਭ ਸੋਗ। ਹੁਣ ਮਨ ਜਿਹੜਾ ਹੈ ਇਹ ਦੁੱਖਾਂ ਤੇ ਚਿੰਤਾਵਾਂ, ਫਿਕਰਾਂ, ਝੋਰਿਆਂ ਦਾ ਘਰ ਬਣ ਚੁੱਕਾ। ਮਨ ਦੇ ਵਿੱਚ ਸੋਗ ਪੈਦਾ ਹੁੰਦੇ ਨੇ, ਮਨ ਦੇ ਵਿੱਚ ਦੁੱਖ ਪੈਦਾ ਹੁੰਦੇ ਨੇ, ਕੀਤੇ ਹੋਏ ਕਰਮਾਂ ਕਰਕੇ ਸੋਗ ਆ। ਸਤਿਗੁਰੂ ਮਹਾਰਾਜ ਤੁਸੀਂ ਕਿਰਪਾ ਕਰਦੇ ਹੋ, ਸਾਡੇ ਸੋਗ ਵੀ ਤੁਸੀਂ ਹੀ ਹਰਨ ਵਾਲੇ ਹੋ। ਨਿਥਾਵੇਂ ਕੋ ਤੁਮ ਥਾਨ ਬੈਠਾਵੋ ਹੋ। ਨਿਥਾਵਾਂ ਆ ਦੇਖੋ, ਅਸੀਂ ਜਿੰਨੀਆਂ ਜੂਨਾਂ ਭੁਗਤਦੇ ਹਾਂ ਜਾਂ ਆ ਜਨਮ ਵੀ ਸਾਨੂੰ ਮਿਲਿਆ ਹੈ ਨਾ ਮਨੁੱਖਾ, ਇਹ ਵੀ ਥਾਂ ਨਹੀਂ ਹੈ ਅਸਲ ਦੇ ਵਿੱਚ। ਸਾਨੂੰ ਰੱਬ ਦੀ ਇੱਕ ਰਚਨਾ ਬਣੀ ਹੋਈ ਆ ਕਿ ਜਿਹੜੀ ਵੀ ਜੂਨ ਦੇ ਵਿੱਚ ਕੋਈ ਜਾਂਦਾ ਹੋਵੇ, ਕੋਈ ਵੀ ਜੀਵ ਜੂਨ ਭੁਗਤਦਾ ਪਿਆ, ਉਹ ਰਹਿਣ ਨਹੀਂ ਦਿੰਦਾ ਮਾਲਕ ਸਦਾ ਵਾਸਤੇ। ਇਹ ਥੋੜ੍ਹੀ ਆ ਕਿ ਜਿਹਨੂੰ ਸ਼ੇਰ ਬਣਾ ਦਿੱਤਾ ਫਿਰ ਉਹ ਸ਼ੇਰ ਹੀ ਸਾਰੀ ਜਿੰਨਾ ਚਿਰ ਤੱਕ ਇਹ ਸ੍ਰਿਸ਼ਟੀ ਹੈ ਸ਼ੇਰ ਹੀ ਰਹੇਗਾ। ਨਹੀਂ, ਉਹ ਮਰਦਾ ਹੈ, ਫਿਰ ਹੋਰ ਜੂਨ ਮਿਲ ਜਾਂਦੀ, ਕਿਸੇ ਨੂੰ ਕੁੱਤੇ ਦੀ ਮਿਲ ਗਈ, ਕਿਸੇ ਨੂੰ ਬਿੱਲੇ ਦੀ ਮਿਲ ਗਈ, ਕੋਈ ਸੱਪ ਦੀ, ਕੋਈ ਕੀੜੇ ਮਕੌੜਿਆਂ ਦੀ। ਮਹਾਰਾਜ ਜਦੋਂ ਤੋਂ ਸ੍ਰਿਸ਼ਟੀ ਬਣੀ ਆ ਨਾ, ਉਦੋਂ ਤੋਂ ਅਸੀਂ ਨਿਥਾਵੇਂ ਤੁਰੇ ਆਉਂਦੇ ਹਾਂ। ਕਦੀ ਕਿਸੇ ਜੂਨ 'ਚ ਪਾਇਆ, ਫਿਰ ਕੱਢਿਆ, ਫਿਰ ਨਵੀਂ 'ਚ ਪਾਇਆ, ਥਾਂ ਮਿਲਿਆ ਕੋਈ ਨਹੀਂ। ਮਹਾਰਾਜ ਤੁਸੀਂ ਕਿਰਪਾ ਕਰੋ, ਨਿਥਾਵੇਂ ਕੋ ਤੁਮ ਥਾਨ ਬਿਠਾਵੋ। ਅਸੀਂ ਨਿਥਾਵੇਂ ਆ ਤੇ ਕਿਰਪਾ ਕਰਕੇ ਸਾਨੂੰ ਥਾਂ ਦੇ ਦਿਓ, ਪੱਕਾ ਘਰ ਦੇ ਦਿਓ, ਪੱਕਾ ਟਿਕਾਣਾ ਦੇ ਦਿਓ, ਨਿਸ਼ਚਲ ਘਰ ਦੇ ਦਿਓ। ਜਿੱਦਾਂ ਤੁਸੀਂ ਧਰੂ ਨੂੰ ਦਿੱਤਾ ਹੈ, ਪ੍ਰਹਿਲਾਦ ਨੂੰ ਦਿੱਤਾ, ਭਗਤਾਂ ਨੂੰ, ਸੰਤਾਂ ਨੂੰ ਦਿੱਤਾ ਹੈ। ਗੁਰੂ ਹਰਿਰਾਏ ਸਾਹਿਬ ਜੀ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਭਾਈ ਕਾਲਾ ਜੀ ਆਏ ਇੱਕ ਵਾਰੀ। ਭਾਈ ਕਾਲਾ ਜੀ ਆ ਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਗੁਰੂ ਕੱਲਾ ਦਰਗਾਹ ਦਾ ਥਾਂ ਨਹੀਂ ਦਿੰਦਾ, ਸਰੂਪ ਦੇ ਵਿੱਚ ਦੇਖੋ। ਇੱਕ ਹੁੰਦਾ ਹੈ ਕਿ ਜਦੋਂ ਬੰਦੇ ਕਈ ਦਾਨ ਪੁੰਨ ਕਰਦੇ ਆ ਕਿ ਸਾਨੂੰ ਸਵਰਗ ਮਿਲ ਜਾਏਗਾ, ਸਾਨੂੰ ਬ੍ਰਹਮਪੁਰੀ ਮਿਲ ਜਾਏਗੀ, ਸ਼ਿਵਪੁਰੀ 'ਚ ਵਾਸਾ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਵੀ ਚਲੋ ਕਰਮਾਂ ਦੇ ਅਨੁਸਾਰ ਜੇ ਤੂੰ ਕਰ ਵੀ ਲੈ ਕੇ ਮੈਨੂੰ ਮਿਲ ਜਾਵੇ, ਇਹ ਪੁਰੀਆਂ ਮਿਲ ਜਾਣ, ਮੈਨੂੰ ਸਵਰਗ ਮਿਲ ਜੇ, ਉਹ ਵੀ ਉਨਾ ਕੁ ਚਿਰ ਮਿਲਦੇ ਜਿੰਨੇ ਕੁ ਚਿਰ ਦੇ ਕਰਮ ਹੁੰਦੇ ਨੇ, ਜਿੰਨੇ ਕੁ ਚਿਰ ਦੇ ਤੂੰ ਕਰਮ ਲਿਖਾ ਕੇ ਆਇਆ। ਜਦੋਂ ਤੇਰੇ ਉਹ ਕਰਮਾਂ ਦਾ ਫਲ ਮੁੱਕ ਗਿਆ, ਉਦੋਂ ਤੈਨੂੰ ਸਵਰਗਾਂ 'ਚ ਵੀ ਕਿਸੇ ਨੇ ਨਹੀਂ ਰੱਖਣਾ, ਫਿਰ ਬਾਹਰ ਸੁੱਟ ਦੇਣਾ, ਫਿਰ ਅਗਲੇ ਕਰਮਾਂ ਦਾ ਲੇਖਾ ਜੋਖਾ ਹੋਣ ਲੱਗ ਪੈਂਦਾ। ਤੇ ਮਹਾਰਾਜ ਸਰੂਪ ਰੂਪੀ ਥਾਂ ਦੇ ਵਿੱਚ ਤੁਸੀਂ ਟਿਕਾ ਦਿੰਦੇ ਹੋ। ਤੇ ਗੁਰੂ ਸਾਹਿਬ, ਗੁਰੂ ਹਰਿਰਾਏ ਸਾਹਿਬ ਜੀ ਨੂੰ ਆ ਕੇ ਭਾਈ ਕਾਲੇ ਨੇ ਬੇਨਤੀ ਕੀਤੀ
ਮਤਲਬ ਪਹਿਲਾਂ ਇੱਦਾਂ ਦਾ ਰਹਿਣ ਸਹਿਣ ਸੀ, ਜਿਹੜੇ ਨਾਲ ਸੀ ਰਹਿੰਦੇ, ਕਿ ਟੱਪਰ ਲਾ ਕੇ ਬੈਠ ਜਾਣਾ, ਅਤੇ ਜਿੱਥੇ ਲਾ ਕੇ ਟੱਪਰ ਬੈਠਣਾ, ਜਿੱਥੇ ਬਹਿਣਾ। ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜਿੱਥੇ ਵੀ ਜਾਂਦੇ ਹਾਂ ਲੋਕ ਉਠਾ ਦਿੰਦੇ ਆ, ਕੋਈ ਪੱਕੀ ਥਾਂ ਦੇਵੋ ਸਾਨੂੰ। ਸਾਡੀਆਂ ਬੀਬੀਆਂ ਜੇ ਖੂਹ ਤੋਂ ਪਾਣੀ ਭਰਨ ਜਾਂਦੀਆਂ ਤੇ ਬੜੇ ਮਾੜੇ ਬੋਲਦੇ ਨੇ, ਜਗੀਰਦਾਰ ਜਿਹੜੇ ਹੁੰਦੇ ਨੇ, ਖੂਹਾਂ ਦੇ ਮਾਲਕ ਹੁੰਦੇ ਨੇ, ਉਹ ਬੇਪੱਤੀ ਕਰਦੇ ਨੇ, ਮਾੜੇ ਬਚਨ ਆਖਦੇ ਆ। ਗੁਰੂ ਹਰਿਰਾਏ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ, ਭਾਈ ਕਾਲੇ ਦੇਖ, ਅੱਜ ਜਦੋਂ ਤੁਸੀਂ ਤੁਰੋਗੇ ਨਾ, ਤੇ ਜਿੱਥੇ ਸੰਧਿਆ ਹੋ ਜਾਏ, ਜਿੱਥੇ ਸੂਰਜ ਢਲ ਜਾਏ, ਉੱਥੇ ਤੁਸੀਂ ਟਿਕਾਣਾ ਕਰ ਲਿਓ ਤੇ ਮੋੜੀ ਗੱਡ ਦਿਓ, ਬਸ ਉਹੀ ਤੁਹਾਡਾ ਥਾਂ ਹੈ, ਹੁਣ ਉਹ ਤੁਹਾਡਾ ਪੱਕਾ ਟਿਕਾਣਾ ਹੋ ਜਾਏਗਾ। ਇਸ ਤਰ੍ਹਾਂ ਹੀ ਕੀਤਾ ਭਾਈ ਕਾਲੇ ਉਹਨਾਂ ਨੇ, ਜਾ ਕੇ ਜਿੱਥੇ ਸ਼ਾਮ ਪਈ ਉੱਥੇ ਮੋੜੀ ਗੱਡ ਦਿੱਤੀ, ਤੇ ਮੋੜੀ ਗੱਡ ਕੇ ਤੇ ਕਹਿ ਦਿੱਤਾ ਸਾਥੀਆਂ ਨੂੰ ਕਿ ਕਹਿੰਦੇ ਆ ਹੁਣ ਆਪਣਾ ਥਾਂ ਆ। ਬਾਅਦ ਵਿੱਚ ਪਤਾ ਲੱਗਿਆ ਕਿ ਜੈਤ ਪੁਰਾਣਾ ਜਗੀਰਦਾਰ ਹੈ, ਤੇ ਬੜਾ ਵੱਡਾ ਜਗੀਰਦਾਰ ਹੈ, ਬੰਦੇ ਬੜੇ ਉਹਨੇ ਰੱਖੇ ਹੋਏ ਨੇ, 22 ਪਿੰਡਾਂ ਦਾ ਮਾਲਕ ਹੈ, ਤੇ ਜਿਹੜੀ ਥਾਂ ਤੇ ਅਸੀਂ ਹੁਣ ਕਬਜ਼ਾ ਆ ਕੇ ਕੀਤਾ, ਇਹ ਥਾਂ ਉਹ ਜੈਤ ਪੁਰਾਣੇ ਦੀ। ਮਹਾਰਾਜ ਦੇ ਕੋਲ ਗਏ, ਸਤਿਗੁਰ ਮਹਾਰਾਜ ਆਹ ਭਾਣਾ ਵਾਪਰ ਗਿਆ ਕਿ ਉੱਥੇ ਜੈਤ ਪੁਰਾਣੇ ਦੀ ਥਾਂ ਹੈ, ਤੇ ਹੁਣ ਤੇ ਉੱਥੇ ਮਹਾਰਾਜ ਜੇ ਉਹ ਚੜ੍ਹਾਈ ਕਰਕੇ ਆ ਗਿਆ ਤੇ ਮਾਰ ਘਾਟ ਬੜੀ ਹੋਏਗੀ, ਜਾਨ ਚਲੀ ਜਾਵੇਗੀ। ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਨੇ, ਭਰੋਸਾ ਰੱਖ ਕੇ ਬੈਠੀਦਾ ਏ, ਗੁਰੂ ਨਾਨਕ ਤੇ ਭਰੋਸਾ ਰੱਖੋ। ਮਹਾਰਾਜ ਜੀ ਉਹ ਆਗੇ ਚੜ੍ਹ ਕੇ, ਸਤਿਗੁਰ ਮਹਾਰਾਜ ਨੇ ਫਿਰ ਹੁਕਮ ਕੀਤਾ, ਕਹਿੰਦੇ ਫਿਰ ਮੁਕਾਬਲਾ ਕਰਿਓ। ਜੈਤ ਪੁਰਾਣੇ ਨੇ ਸਿਨੇ ਬੜੇ ਭੇਜੇ ਕਿ ਤੁਸੀਂ ਕੌਣ ਹੋ, ਜੇ ਜ਼ਿੰਦਗੀ ਚਾਹੁੰਦੇ ਹੋ ਤਾਂ ਇਹਨੂੰ ਛੱਡ ਕੇ ਥਾਂ ਨੂੰ ਇੱਥੋਂ ਉੱਠ ਜਾਓ, ਚਲੇ ਜਾਓ। ਭਾਈ ਕਾਲੇ ਨੇ ਕਿਹਾ, ਨਹੀਂ, ਸਾਨੂੰ ਗੁਰੂ ਨਾਨਕ ਦਾ ਹੁਕਮ ਹੈ, ਗੁਰੂ ਹਰਿਰਾਏ ਸਾਹਿਬ ਜੀ ਨੇ ਹੁਕਮ ਕੀਤਾ, ਹੁਣ ਅਸੀਂ ਇੱਥੋਂ ਨਹੀਂ ਜਾਣਾ। ਉਹਨੇ ਬੰਦੇ ਲਿਆਂਦੇ, ਫੌਜ ਬੜੀ ਲੈ ਕੇ ਆਇਆ, ਆਪਣੇ ਜਿੰਨੇ ਉਹਦੇ ਕੋਲ ਬੰਦੇ ਸੀ, ਹਥਿਆਰ ਬੜੇ ਲੈ ਕੇ ਆ ਗਿਆ। ਲੜਾਈ ਜਦੋਂ ਸ਼ੁਰੂ ਹੋਈ, ਪਹਿਲੋਂ ਤਾਂ ਭਾਈ ਕਾਲੇ ਹੋਣੀ ਕਹਿੰਦੇ ਸੀ ਲੜੀਏ ਕਿੱਦਾਂ ਮਹਾਰਾਜ, ਸਾਨੂੰ ਲੜਨਾ ਵੀ ਨਹੀਂ ਆਉਂਦਾ। ਪਰ ਜਦੋਂ ਗੱਲ ਆ ਕੇ ਲੜਾਈ ਪਈ, ਲੜਨਾ ਸ਼ੁਰੂ ਕੀਤਾ। ਜੈਤ ਪੁਰਾਣੇ ਨੇ ਜ਼ੋਰ ਦੀ ਬਰਸ਼ਾ ਮਾਰਿਆ ਤੇ ਭਾਈ ਕਾਲੇ ਦੇ ਮੂੰਹ ਤੇ ਆ ਕੇ ਵੱਜਿਆ, ਦੰਦ ਟੁੱਟ ਗਏ 2। ਭਾਈ ਕਾਲੇ ਨੇ ਸੰਭਲ ਕੇ ਫਿਰ ਕਿਰਪਾਨ ਦਾ ਐਸਾ ਵਾਰ ਕੀਤਾ ਕਿ ਜੈਤ ਪੁਰਾਣੇ ਦਾ ਸਿਰ ਲੱਥ ਗਿਆ, ਫੌਜ ਸਾਰੀ ਭੱਜ ਗਈ। ਸਤਿਗੁਰੂ ਮਹਾਰਾਜ ਨੇ ਪੱਕਾ ਹੀ ਟਿਕਾਣਾ ਉਹਨਾਂ ਨੂੰ ਦੇ ਦਿੱਤਾ, ਮੁੜ ਕੇ ਉਹਨਾਂ ਦੇ ਨਾਂ 'ਤੇ ਉੱਥੇ ਨਗਰ ਵਸਾ ਲਿਆ ਉਹਨਾਂ ਨੇ। ਇਹਨਾਂ ਦੀ ਕੁੱਲ ਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਕਿ ਪਟਿਆਲੇ ਤੇ ਨਾਭੇ ਦੇ ਰਾਜੇ ਤੁਹਾਡੀ ਕੁੱਲ ਦੇ ਵਿੱਚੋਂ ਆਉਣਗੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਨਿਥਾਵੇਂ ਕੋ ਤੁਮ ਥਾਨ ਬਿਠਾਵੋ, ਜਿੰਦਾ ਕੋਈ ਆਸਰਾ ਨਹੀਂ, ਉਹਨੂੰ ਤੁਸੀਂ ਟਿਕਾਣਾ ਦੇ ਦਿੰਦੇ ਹੋ, ਥਾਂ ਦੇ ਦਿੰਦੇ ਹੋ। ਦਾਸ ਆਪਣੇ ਕੋ ਭਗਤੀ ਲਾਵੋ, ਕਿਰਪਾ ਕਰੋ ਮਹਾਰਾਜ, ਦਾਸ ਜਾਣ ਕਰਕੇ ਨਾ ਭਗਤੀ ਦੀ ਦਾਤ ਦੇਣਾ ਕਰੋ। ਨਿਮਾਨੇ ਕੋ ਪ੍ਰਭ ਦੇਤੋ ਮਾਨ, ਜਿਹਨੂੰ ਕੋਈ ਆਦਰ ਨਾ ਦਿੰਦਾ ਹੋਵੇ ਉਹਨੂੰ ਮਹਾਰਾਜ ਤੁਸੀਂ ਮਾਨ ਦਿੰਦੇ ਹੋ। ਦੇਖੋ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਨਾ ਤਰਨ ਤਾਰਨ ਇੱਕ ਕੋੜੀਆਂ ਦਾ ਕੋੜੀ ਖਾਨਾ ਖੋਲ੍ਹਿਆ ਸੀ, ਉੱਥੇ ਇਲਾਜ ਕਰਦੇ ਸੀ। ਮਹਾਰਾਜ ਨੇ ਸਵੇਰੇ ਹੀ ਅੰਮ੍ਰਿਤਸਰ ਤੋਂ ਤੁਰ ਪੈਣਾ ਤੇ ਸਾਰਾ ਦਿਨ ਆ ਕੇ ਹੱਥੀਂ ਸੇਵਾ ਕਰਨੀ ਕੋੜੀਆਂ ਦੀ, ਹੱਥੀਂ ਉਹਨਾਂ ਦੀ ਸਾਂਭ ਸੰਭਾਲ ਕਰਨੀ। ਤੇ ਜਦੋਂ ਦਿਨ ਢਲਣਾ, ਸਤਿਗੁਰੂ ਮਹਾਰਾਜ ਨੇ ਫਿਰ ਤਰਨ ਤਾਰਨ ਸਾਹਿਬ ਤੋਂ ਅੰਮ੍ਰਿਤਸਰ ਨੂੰ ਤੁਰ ਪੈਣਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਪ੍ਰੇਮਾ ਕੋੜੀ ਇੱਕ ਆਉਂਦਾ ਹੈ ਜੀ, ਬੜਾ ਕੋੜ ਸੀ, ਪਰਿਵਾਰ ਵੀ ਛੱਡ ਗਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ, ਦੇਖੋ ਨਿਮਾਣਿਆਂ ਦੇ ਮਾਨ ਸਨ ਨਾ ਗੁਰੂ ਅਮਰਦਾਸ ਮਹਾਰਾਜ, ਨਿਥਾਵਿਆਂ ਦੇ ਥਾਨ ਸੀ, ਓਟਿਆਂ ਦੀ ਓਟ ਸੀ, ਨਿਆਸਰਿਆਂ ਦੇ ਆਸਰੇ ਸਨ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਆਪਣੇ ਇਸ਼ਨਾਨ ਦੇ ਜਲ ਦੇ ਨਾਲ ਇਸ਼ਨਾਨ ਕਰਵਾਇਆ, ਪ੍ਰੇਮੇ ਦਾ ਇਸ਼ਨਾਨ ਕਰਾਇਆ ਤੇ ਕੋੜ ਦੂਰ ਹੋ ਗਿਆ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਸਿੱਖ ਦੀ ਬੱਚੀ ਦੇ ਨਾਲ, ਬੀਬੀ ਮੱਥੋ ਦੇ ਨਾਲ ਨਾਮ ਹੀ ਪ੍ਰੇਮੇ ਦਾ ਮੁਰਾਰੀ ਰੱਖ ਦਿੱਤਾ ਕਿ ਅੱਜ ਤੋਂ ਤੇਰਾ ਨਾਮ ਮੁਰਾਰੀ ਹੈ। ਤੇ ਭਾਈ ਸ਼ੀਏ ਦੀ ਬੱਚੀ ਸੀ, ਉਹਨਾਂ ਦੀ ਬੇਟੀ ਸੀ ਮੱਥੋ। ਭਾਈ ਸ਼ੀਏ ਦੀ ਬੇਟੀ ਮੱਥੋ ਦੇ ਨਾਲ ਵਿਆਹ ਕੀਤਾ, ਆਨੰਦ ਕਾਰਜ ਕਰ ਦਿੱਤਾ। ਤੇ ਨਾਲ ਇਹ ਵੀ ਕਿਹਾ ਸੀ ਜਿਹੜਾ ਇਹਨਾਂ ਦੀ ਟਹਿਲ ਸੇਵਾ ਕਰੇਗਾ ਨਾ ਮੱਥੋ ਤੇ ਮੁਰਾਰੀ ਦੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹਦੇ 'ਤੇ ਕਿਰਪਾ ਹੋਵੇਗੀ, ਉਹਦਾ ਜਨਮ ਮਰਨ ਮੁਕਤ ਹੋ ਜਾਵੇਗਾ। ਗੁਰੂ ਸਾਹਿਬ ਜੀ ਨੇ 22 ਮੰਜੀਆਂ ਸੌਂਪੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ, ਤੇ 22 ਮੰਜੀਆਂ ਦੇ ਵਿੱਚੋਂ ਇੱਕ ਮੱਥੋ ਤੇ ਮੁਰਾਰੀ ਨੂੰ ਮੰਜੀ ਦਿੱਤੀ ਸੀ ਕਿ ਤੁਸੀਂ ਅੱਜ ਤੋਂ ਗੁਰੂ ਘਰ ਦੇ ਪ੍ਰਚਾਰਕ ਹੋ। ਸਤਿਗੁਰੂ ਮਹਾਰਾਜ ਤੁਸੀਂ ਨਿਮਾਣੇ ਕੋ ਪ੍ਰਭ ਦੇਤੋ ਮਾਨ, ਤੁਸੀਂ ਨਿਮਾਣਿਆਂ ਨੂੰ ਮਾਨ ਦੇਣ ਵਾਲੇ ਹੋ। ਮੂੜ ਮੁਗਤ ਤੇ
ਮੂੜ ਮੁਗਧ ਹੋਏ ਚਤੁਰ ਸੁਗਿਆਨ। ਹੁਣ ਮਹਾਰਾਜ ਜਿਹੜੇ ਮੂੜ ਨੇ, ਜਿਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਸਮਝ ਨਹੀਂ, ਜਿਨ੍ਹਾਂ ਨੂੰ ਅੱਖਰ ਵੀ ਨਹੀਂ ਆਉਂਦਾ, ਜੇ ਉਹ ਤੁਹਾਡੀ ਸ਼ਰਨ ਵਿੱਚ ਆਉਣ, ਤੁਹਾਡੀ ਕਿਰਪਾ ਮਿਲ ਜਾਏ, ਉਹ ਚਤੁਰ ਹੋ ਜਾਂਦੇ ਨੇ, ਸਿਆਣੇ ਹੋ ਜਾਂਦੇ ਨੇ, ਸੁਗਿਆਨ ਬੜੇ ਵਧੀਆ ਬਖਤੇ ਬਣ ਜਾਂਦੇ ਨੇ, ਗਿਆਨ ਦੇ ਦਿੰਦੇ ਹੋ। ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਨੇ, ਹੁਣ ਛੱਜੂ ਝੀਵਰ ਅੱਖਰ ਵੀ ਨਹੀਂ ਸੀ ਉਹਨੇ ਕਦੀ ਪੜ੍ਹਿਆ, ਤੇ ਅੱਖਰ ਕੀ ਪੜ੍ਹਨਾ, ਕਦੀ ਪੜ੍ਹਦਿਆਂ ਹੋਇਆਂ ਨੂੰ ਵੀ ਨਹੀਂ ਸੀ ਵੇਖਿਆ। ਪੰਜੋਖਰਾ ਸਾਹਿਬ ਦੇ ਅਸਥਾਨ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਗਏ, ਤੇ ਮਹਾਰਾਜ ਨੇ ਜਦੋਂ ਬਖਸ਼ਿਸ਼ ਸਿਰ ਦੇ ਉੱਪਰ ਰੱਖੀ, ਛੜੀ ਆਪਣੀ ਰੱਖੀ ਹੈ, ਬਖਸ਼ਿਸ਼ ਕੀਤੀ ਆ, ਤੇ ਦੇਖੋ ਭਾਈ ਛੱਜੂ ਝੀਵਰ ਜਿਹੜਾ ਸੀ, ਉਹਨਾਂ ਨੇ ਕਿੰਨੇ ਸੋਹਣੇ ਮੁੜ ਕੇ ਫਿਰ ਅਰਥ ਕਰਦੇ ਨੇ, ਗੀਤਾ ਦੇ ਅਰਥ ਕਰ ਕਰਕੇ ਸੁਣਾਏ। ਮਹਾਰਾਜ ਕਹਿੰਦੇ ਨੇ ਮੂੜ ਮੁਗਧ ਹੋਏ। ਮੂੜ ਮੁਗਧ ਕਹਿੰਦੇ ਨੇ ਜਿਹਨੂੰ ਕੋਈ ਸਮਝ ਨਹੀਂ, ਮੂਰਖਾਂ ਵਰਗਾ ਹੋਵੇ, ਮੁਗਧ ਹੋਵੇ, ਪੱਥਰ ਵਰਗਾ ਹੀ ਹੋਵੇ, ਜਿਹਨੂੰ ਥੋੜ੍ਹੀ ਜਿੰਨੀ ਵੀ ਅਕਲ ਸਮਝ ਨਹੀਂ ਹੋਵੇ। ਚਤੁਰ ਸੁਗਿਆਨ, ਉਹਨੂੰ ਤੁਸੀਂ ਸਿਆਣਾ ਬਣਾ ਦਿੰਦੇ, ਉਹਨੂੰ ਤੁਸੀਂ ਗਿਆਨਵਾਨ ਬਣਾ ਦਿੰਦੇ ਹੋ। ਸਗਲ ਭਿਆਨ ਕਾ ਭਉ ਨਸੈ। ਭਿਆਨ ਹੁੰਦਾ ਵਾ ਭਿਆਨਕ, ਡਰ। ਭਉ ਦੇ ਅਰਥ ਹੁੰਦੇ ਨੇ ਡਰ। ਇੱਕ ਤੇ ਹੁੰਦੇ ਨੇ ਆਮ ਸਧਾਰਨ ਡਰ, ਜਿਨ੍ਹਾਂ ਨੂੰ ਕਹਿੰਦੇ ਆ ਥੋੜ੍ਹਾ ਬਹੁਤਾ ਡਰ ਹੁੰਦਾ ਕਿ ਆਹ ਨੁਕਸਾਨ ਨਾ ਹੋ ਜੇ, ਆਹ ਚਿੰਤਾ, ਕਾਰੋਬਾਰ ਨਾ ਕੱਟ ਦੇ, ਇਹ ਛੋਟੇ ਡਰ ਹੁੰਦੇ ਆ, ਸਧਾਰਨ ਡਰ ਹੁੰਦੇ ਨੇ। ਇੱਕ ਹੁੰਦਾ ਹੈ ਭਿਆਨਕ ਡਰ, ਵੇਖ ਕੇ ਵੀ ਡਰ ਆਉਂਦਾ ਹੋਵੇ, ਉਹ ਹੁੰਦਾ ਹੈ ਮੌਤ ਦਾ ਡਰ। ਸਾਹਮਣੇ ਜਮਦੂਤ ਆ ਕੇ ਜਦੋਂ ਖੜੇ ਹੋ ਜਾਂਦੇ ਨੇ, ਕਹਿੰਦੇ ਉਹਨਾਂ ਦੀ ਸ਼ਕਲ ਬੜੀ ਭਿਆਨਕ ਹੁੰਦੀ ਆ, ਅੱਖਾਂ ਉਹਨਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਬੜੀਆਂ ਡਰਾਵਨੀਆਂ ਹੁੰਦੀਆਂ ਨੇ, ਹੱਥ ਬੜੇ ਡਰਾਵਨੇ ਲੱਗਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਗਲ ਭਿਆਨ ਕਾ, ਭਿਆਨਕ ਡਰ ਜਿਹੜਾ ਨਾ, ਸਗਲ ਭਿਆਨ ਕਾ ਭਉ ਨਸੇ। ਭਉ ਡਰ ਖਤਮ ਹੋ ਜਾਏਗਾ। ਜਨ ਆਪਣੈ ਕੈ ਹਰ ਮਨ ਬਸੈ। ਜਦੋਂ ਮਹਾਰਾਜ ਤੁਹਾਡਾ ਨਾਮ ਆਪਣੇ ਸੇਵਕਾਂ ਦੇ ਹਿਰਦਿਆਂ 'ਚ ਤੁਸੀਂ ਵਸਾ ਦਿੰਦੇ ਹੋ। ਪਾਰ ਬ੍ਰਹਮ ਪ੍ਰਭ ਸੂਖ ਨਿਧਾਨ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ। ਸਤਿਗੁਰੂ ਮਹਾਰਾਜ ਤੁਸੀਂ ਸੁੱਖਾਂ ਦਾ ਖਜ਼ਾਨਾ ਹੋ। ਤੁਹਾਡਾ ਨਾਮ ਜਿਹੜਾ ਜਪਦਾ ਹੈ, ਉਹਨੂੰ ਖਜ਼ਾਨਾ ਹੀ ਮਿਲ ਜਾਂਦਾ ਹੈ ਸੁੱਖਾਂ ਦਾ। ਤਤ ਗਿਆਨ ਹਰ ਅੰਮ੍ਰਿਤ ਨਾਮ। ਤਤ ਹੁੰਦਾ ਹੈ ਸ਼੍ਰੇਸ਼ਟ ਗਿਆਨ, ਤਤ ਬੁੱਧੀ। ਅਸਲ ਦੇ ਵਿੱਚ ਸਾਨੂੰ ਇਸ ਗੱਲ ਦੀ ਅਜੇ ਸਮਝ ਨਹੀਂ ਆ। ਅਸੀਂ ਸਰੀਰ ਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਪਾ ਕੇ ਰੱਖਿਆ ਹੋਇਆ। ਅਸੀਂ ਸਮਝਦੇ ਬਸ ਇਹੀ ਇਸ ਸਰੀਰ ਦੀ ਮਰਿਆਦਾ ਹੈ, ਰੀਤ ਆ। ਸਤਿਗੁਰੂ ਮਹਾਰਾਜ ਕਹਿੰਦੇ ਤੈਨੂੰ ਸਮਝ ਨਹੀਂ ਕਿ ਇਹ ਜਿਹੜਾ ਅੰਦਰ ਆਤਮਾ ਬੈਠਾ ਨਾ, ਇਹ ਸੜਦਾ ਕਦੀ ਨਹੀਂ, ਇਹ ਮਰਦਾ ਵੀ ਕਦੀ ਨਹੀਂ, ਇਹਨੂੰ ਡੋਬਿਆ ਨਹੀਂ ਜਾ ਸਕਦਾ, ਇਹਦੇ ਤੇ ਜਨਮ ਤੇ ਮਰਨ ਦਾ ਕੋਈ ਭੈ ਭਾਵ ਨਹੀਂ ਪਏਗਾ। ਸਤਿਗੁਰੂ ਮਹਾਰਾਜ ਤੁਸੀਂ ਕਿਰਪਾ ਕਰਦੇ ਹੋ, ਤਤ ਗਿਆਨ ਹਰ ਅੰਮ੍ਰਿਤ ਨਾਮ। ਤੁਸੀਂ ਤਤ ਗਿਆਨ ਦੇ ਦਿੰਦੇ, ਪਤਾ ਲੱਗ ਜਾਂਦਾ ਕਿ ਆਤਮਾ ਅਮਰ ਆਤਮਾ ਹੈ, ਤੇ ਇਹਨੂੰ ਰੱਬ ਦੇ ਨਾਲ ਜਦੋਂ ਜੋੜ ਦੇਵਾਂਗੇ, ਜੀਵਨ ਮੁਕਤ ਹੋ ਜਾਵਾਂਗੇ। ਫਿਰ ਜਨਮ ਮਰਨ ਹੋਵੇਗਾ ਨਹੀਂ, ਫਿਰ ਆਤਮਾ ਸੜੇਗਾ ਨਹੀਂ, ਫਿਰ ਆਤਮਾ ਨੂੰ ਨੁਕਸਾਨ ਕੋਈ ਨਹੀਂ ਪਹੁੰਚੇਗਾ। ਜਨ ਆਪਣੇ ਕੈ ਹਰ ਮਨ ਬਸੈ। ਕਰ ਕਿਰਪਾ ਸੰਤ ਟਹਿਲੈ ਲਾਏ। ਕਹਿੰਦੇ ਨੇ ਕਿ ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਕਿ ਤੁਸੀਂ ਸੰਤ ਟਹਿਲ, ਸੰਤਾਂ ਦੀ, ਗੁਰਮੁਖ ਪਿਆਰਿਆਂ ਦੀ ਸੇਵਾ ਦੇ ਵਿੱਚ ਲਾ ਦਿੱਤਾ ਹੈ। ਨਾਨਕ ਸਾਧੂ ਸੰਗ ਸਮਾਏ। ਸਾਧੂ ਸੰਗ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, 9 ਦੁਆਰੇ ਸਾਧ ਸਦਾਇਂਦਾ। ਮਹਾਰਾਜ ਤੁਸੀਂ ਕਿਰਪਾ ਕੀਤੀ, ਸਾਧੂਆਂ ਦਾ ਸੰਗ ਦੇ